ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस ਅਤੇ ਫੇਸਬੁੱਕ ਮੈਸੇਜ ਨਾਲ ਕਰਦੇ ਹਾਂ। ਤੇ ਅੱਜ 10 ਦਸੰਬਰ 2013 25 ਮਗਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਅੱਜ 10 ਦਸੰਬਰ ਦਾ ਦਿਨ ਹੈ ਜੀ। ਤੇ 10 ਦਸੰਬਰ ਦੀ ਮਨੁੱਖੀ ਹੱਕਾਂ ਦੇ ਇਤਿਹਾਸ ਵਿੱਚ ਹੀ ਨਹੀਂ, ਅੱਜ ਦੇ ਸੰਦਰਭ ਵਿੱਚ ਕੁੱਲ ਦੁਨੀਆ ਦੇ ਇਤਿਹਾਸ ਵਿੱਚ ਬਹੁਤ ਅਹਿਮੀਅਤ ਹੈ ਜੀ। ਇਹ ਉਹ ਦਿਨ ਹੈ ਜਿਸ ਦਿਨ 10 ਦਸੰਬਰ 1948 ਨੂੰ ਲਗਭਗ 50 ਦੇਸ਼ਾਂ ਦੇ ਨੁਮਾਇੰਦਿਆਂ ਨੇ ਜਿਹੜੇ ਸੈਨ ਫਰਾਂਸਿਸਕੋ ਕੈਲੀਫੋਰਨੀਆ 'ਚ ਇਕੱਠੇ ਹੋਏ, ਉਹਨਾਂ ਨੇ ਚਾਰਟਰ ਆਫ ਹਿਊਮਨ ਰਾਈਟਸ, ਜਿਹਨੂੰ ਅਸੀਂ ਮਨੁੱਖੀ ਹੱਕਾਂ ਦਾ ਖਰੜਾ ਕਵਾਂਗੇ ਜੀ ਜਾਂ ਮਨੁੱਖੀ ਹੱਕਾਂ ਦਾ ਐਲਾਨਨਾਮਾ ਕਵਾਂਗੇ, ਉਹ ਉਹਨਾਂ ਨੇ ਜਾਰੀ ਕੀਤਾ ਸੀ। ਜੀ। ਔਰ ਇਹ ਪਹਿਲੀ ਵਾਰ ਸੀ ਕਿ ਇਸ ਪਲੈਨਟ ਦੇ ਉੱਤੇ, ਇਸ ਧਰਤੀ ਦੇ ਉੱਤੇ ਆਦਮ ਜਾਤ ਨੇ ਆਪਣੇ ਆਪ ਨੂੰ ਇੱਕ ਰੇਸ ਵਜੋਂ, ਇੱਕ ਮਨੁੱਖੀ ਨਸਲ ਵਜੋਂ ਪਛਾਣਿਆ ਸੀ। ਜੀ। ਤੇ ਫਿਰ ਉਸ ਮਨੁੱਖੀ ਨਸਲ ਦੇ ਜਿਹੜੇ ਹੱਕ ਨੇ ਉਹ ਦੇਸ਼ਾਂ ਦੀ ਵਲਗਣ ਤੋਂ ਪਾਸੇ ਜਾ ਕੇ, ਦੇਸ਼ਾਂ ਦੀਆਂ ਹੱਦਾਂ, ਕਬੀਲਿਆਂ ਦੀਆਂ ਹੱਦਾਂ, ਧਰਮਾਂ ਦੀਆਂ ਹੱਦਾਂ ਤੋਂ ਪਾਸੇ ਜਾ ਕੇ ਇੱਕ ਆਦਰਸ਼ ਇਨਸਾਨ ਨੂੰ, ਇੱਕ ਹਿਊਮਨ ਬੀਇੰਗ ਨੂੰ ਕੀ ਹੱਕ ਚਾਹੀਦੇ ਨੇ ਇਸ ਧਰਤੀ ਦੇ ਉੱਤੇ, ਉਸ ਦੀ ਵਿਆਖਿਆ ਕੀਤੀ ਸੀ। ਜੀ। ਹਾਲਾਂ ਜੇ ਅਸੀਂ ਸਿੱਖ ਧਰਮ ਦੇ ਹਵਾਲੇ ਨਾਲ ਦੇਖੀਏ ਤਾਂ ਮੈਂ ਇਹ ਜ਼ਰੂਰ ਕਹਾਂਗਾ ਕਿ ਬੇਸ਼ੱਕ ਸਾਡਾ ਧਰਮ ਦੁਨੀਆ ਦੇ ਵਿੱਚ ਇੱਕ ਬਾਲੜੀ ਉਮਰ ਦਾ ਧਰਮ ਹੈ, ਲਗਭਗ 550 ਸਾਲ ਪੁਰਾਣਾ। ਜੀ। ਪਰ ਜੇ ਮਨੁੱਖੀ ਹੱਕਾਂ ਦੀ ਗੱਲ ਕਰਨੀ ਹੋਏ ਤੇ ਗੁਰੂ ਨਾਨਕ ਸਾਹਿਬ ਉਹ ਪੈਗੰਬਰ ਨੇ, ਉਹ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਰੱਬ ਦੇ ਪਰਮ ਜਿਹੜੇ ਨੇ, ਉਹ ਨਿਵਾਜੇ ਹੋਏ, ਸਾਜੇ ਹੋਏ ਪੂਰਨ ਰੱਬ ਦਾ ਰੂਪ ਨੇ, ਜਿਨ੍ਹਾਂ ਨੇ ਮਨੁੱਖ ਨੂੰ ਮਨੁੱਖ ਵਜੋਂ, ਜਦੋਂ ਉਹਨਾਂ ਨੇ ਮਨੁੱਖਤਾ ਦੀ ਪੀੜ, ਬੇਸ਼ੱਕ ਉਹ ਐਮਨਾਬਾਦ ਸ਼ਹਿਰ ਸੀ ਜਿੱਥੇ ਜੇ ਬਾਬਰ ਦੀਆਂ ਫੌਜਾਂ ਜ਼ੁਲਮ ਕਰ ਰਹੀਆਂ ਨੇ ਔਰਤਾਂ ਦੇ ਉੱਤੇ ਵੀ, ਬੱਚਿਆਂ ਦੇ ਉੱਤੇ ਵੀ, ਉਹ ਔਰਤਾਂ ਭਾਵੇਂ ਮੁਸਲਮਾਨ ਔਰਤਾਂ ਸਨ, ਭਾਵੇਂ ਉੱਚੀ ਜ਼ਾਤ ਦੀਆਂ ਹਿੰਦੂ ਔਰਤਾਂ ਸਨ ਜਾਂ ਖੌਤੀ ਨੀਵੀਂ ਜ਼ਾਤ ਦੀਆਂ ਔਰਤਾਂ ਸਨ, ਜੀ, ਉਹਨਾਂ ਸਾਰਿਆਂ ਦੇ ਲਈ ਗੁਰੂ ਸਾਹਿਬ ਨੇ ਹਾਂ ਦਾ ਨਾਰਾ ਮਾਰਿਆ ਸੀ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਉਹਨਾਂ ਨੇ ਜਦੋਂ ਬਾਬਰ ਦੀ ਫੌਜਾਂ ਦੇ ਜ਼ੁਲਮ ਦੀ ਗੱਲ ਕੀਤੀ ਤਾਂ ਉਹਨਾਂ ਨੇ ਫਰਮਾਇਆ, ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾਲੋ। ਤੇ ਇਸ ਗੱਲ ਨੂੰ ਬੜੇ ਸਪਸ਼ਟਤਾ ਦੇ ਨਾਲ ਕਿ ਇਹ ਮੈਂ ਇਸ ਸ਼ਹਿਰ ਦੇ ਵਿੱਚ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ, ਕਿ ਮੈਂ ਇਹ ਖੂਨ ਦੇ ਨਾਲ ਲਿਖੇ ਗੀਤ ਜਿਹੜੇ ਆ ਉਹ ਗਾ ਰਹੇ, ਔਰ ਇਹਨਾਂ ਦੇ ਉੱਤੇ ਖੂਨ ਦਾ ਰਤ, ਬਲੱਡ ਨੂੰ ਕਹਿੰਦੇ ਨੇ, ਉਹਦਾ ਕੇਸਰ ਹੈ। ਕਹਿਣ ਦਾ ਮਤਲਬ ਹੈ ਕਿ ਇੰਨਾ ਜ਼ੁਲਮ ਹੈ ਜੀ। ਔਰ ਇਹੀ ਗੁਰੂ ਨਾਨਕ ਸਾਹਿਬ ਦੀ ਮੁੱਢਲੀ ਫਿਲਾਸਫੀ ਸੀ ਕਿ ਅਲਟੀਮੇਟਲੀ ਹਰ ਮਨੁੱਖ ਦੇ ਅੰਦਰ ਉਹ ਨਿਰੰਕਾਰ ਦੀ ਜੋਤ ਵਸਦੀ ਹੈ ਤੇ ਮਨੁੱਖ ਨੂੰ ਮਨੁੱਖ ਵਜੋਂ ਦੇਖਿਆ ਜਾਣਾ ਚਾਹੀਦਾ ਹੈ, ਉਸ ਦੇ ਰੰਗ ਨਾਲ ਨਹੀਂ, ਉਸ ਦੀ ਜ਼ਾਤ ਨਾਲ ਨਹੀਂ, ਉਸ ਦੇ ਧਰਮ ਨਾਲ ਨਹੀਂ, ਉਸ ਦੇ ਖਿੱਤੇ ਨਾਲ ਨਹੀਂ। ਔਰ ਇਹੀ ਕਾਰਨ ਹੈ ਕਿ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਮੁੱਢਲੀਆਂ ਦੋ ਇੰਸਟੀਟਿਊਸ਼ਨਸ ਸਿੱਖ ਕੌਮ ਨੂੰ ਹੀ ਨਹੀਂ, ਮਨੁੱਖਤਾ ਨੂੰ ਦਿੱਤੀਆਂ, ਸੰਗਤ ਤੇ ਪੰਗਤ। ਜੀ। ਸੋ ਸੰਗਤ ਦੇ ਵਿੱਚ ਵੀ ਹਰ ਕੋਈ ਆਪ ਬੈਠ ਕੇ ਉਸ ਰੱਬ ਦਾ ਜਸ ਗਾਇਨ ਕਰ ਸਕਦਾ ਸੀ, ਕੋਈ ਨਫ਼ਰਤ ਦੀ ਥਾਂ ਨਹੀਂ, ਕੋਈ ਇਹ ਨਹੀਂ ਹੈ ਕਿ ਉੱਚੀ ਜ਼ਾਤ ਵਾਲਾ ਬੈਠਾ ਹੈ ਉਸਨੇ ਪਿੱਟ ਜਾਣਾ ਹੈ ਕਿ ਨੀਵੀਂ ਜ਼ਾਤ ਵਾਲੇ ਦਾ ਉੱਤੇ ਪਰਛਾਵਾਂ ਪੈ ਗਿਆ। ਔਰ ਇਸੇ ਤਰ੍ਹਾਂ ਪੰਗਤ ਦੇ ਵਿੱਚ ਵੀ ਬਿਨਾਂ ਕਿਸੇ ਵਿਤਕਰੇ ਤੋਂ ਸਾਰੇ ਹੀ ਲੋਕ ਜਿਹੜੇ ਨੇ ਉਹ ਬੈਠ ਕੇ ਲੰਗਰ ਛਕਦੇ ਸੀ, ਇਕੱਠੇ ਬਣਾਉਂਦੇ ਸੀ, ਇਕੱਠੇ ਖਾਂਦੇ ਸੀ ਤਾਂ ਕਿ ਇਹ ਨਫ਼ਰਤ ਟੁੱਟੇ। ਔਰ ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਹਵਾਲੇ ਨਾਲ ਦੇਖਦੇ ਹਾਂ, ਉਹਨਾਂ ਦੀ ਇਹ ਸਟੇਟਮੈਂਟ ਜਿਹੜੀ ਹੈ, ਇਹ ਮੈਂ ਸਮਝਦਾ ਵੀ ਆਧਾਰ ਹੈ ਇਸ ਚਾਰਟਰ ਆਫ ਹਿਊਮਨ ਰਾਈਟਸ ਦਾ। ਜਦੋਂ ਗੁਰੂ ਸਾਹਿਬ ਨੇ ਫਰਮਾਇਆ ਸੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਜਿਹੜੀ ਸਾਰੀ ਮਨੁੱਖਤਾ ਹੈ ਇਸ ਨੂੰ ਇੱਕ ਪਛਾਣੋ, ਇਹ ਇੱਕ ਹੈ। ਔਰ ਜਦੋਂ ਤੁਸੀਂ ਉਸ ਦੀ ਇੱਕ ਹੋਣ ਦੀ ਗੱਲ ਕਰਦੇ ਹੋ, ਔਰ ਜਿਹੜਾ ਬੇਸਿਕ ਸਪਿਰਿਟ ਹੈ ਚਾਰਟਰ ਆਫ ਹਿਊਮਨ ਰਾਈਟਸ ਦੀ, ਫਿਰ ਨਫ਼ਰਤ ਲਈ ਥਾਂ ਨਹੀਂ ਹੈ। ਫਿਰ ਕੋਈ ਕਿਸ ਧਰਮ ਨੂੰ ਮੰਨਦਾ ਹੈ, ਉਹਨੇ ਕਿਵੇਂ ਆਪਣੇ ਰੱਬ ਨੂੰ ਰਿਝਾਣਾ ਹੈ,
ਇਹ ਕਿਸੇ ਹਕੂਮਤ ਦਾ ਕੰਮ ਨਹੀਂ ਹੈ ਕਿ ਉਹਦੇ ਉੱਤੇ ਕੋਈ ਜ਼ੁਲਮ ਕਰੇ ਕਿ ਉਹਨੇ ਉਹ ਮੰਨਣਾ ਹੈ ਜਾਂ ਇਹ ਨਹੀਂ ਮੰਨਣਾ ਹੈ। ਜੀ ਇਸੇ ਤਰ੍ਹਾਂ ਅਕੀਦਾ ਹੈ, ਰਾਜਸੀ ਵਿਸ਼ਵਾਸ ਨੇ, ਕੋਈ ਸਿਆਸੀ ਕਾਰਨਾਂ ਕਰਕੇ ਕੋਈ 107 151 ਲਾ ਕੇ ਤੁਹਾਨੂੰ ਜੇਲ੍ਹ ਦੇ ਅੰਦਰ ਡੱਕ ਦੇ, ਔਰ ਕਿਉਂਕਿ ਉਹ ਤੁਹਾਡੇ ਨਾਲ ਸਟੇਟ ਜਿਹੜੀ ਹੈ ਉਹ ਸਹਿਮਤ ਨਹੀਂ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਚਾਰਟਰ ਆਫ ਹਿਊਮਨ ਰਾਈਟਸ ਦੇ ਵਿੱਚ ਆਈਆਂ, ਔਰ ਇਹਦੇ ਚ ਇੱਕ ਗੱਲ ਜਿਹੜੀ ਮੈਂ ਸਮਝਦਾ ਵੀ ਬੜੀ ਅਹਿਮੀਅਤ ਵਾਲੀ, ਅੱਜ ਬਹੁਤ ਸਾਰੇ ਸਿੱਖਾਂ ਨੂੰ ਵੀ ਚਾਅ ਚੜਿਆ ਹੋਇਆ ਗਾਂਧੀਵਾਦੀ ਬਣਨ ਦਾ। ਕਿਤੇ ਵੀ ਹਥਿਆਰਬੰਦ ਸੰਘਰਸ਼ ਦੀ ਗੱਲ ਹੋਏ ਤਾਂ ਐਂ ਡਰਦੇ ਨੇ ਜਿਵੇਂ ਕਾਂ ਗਲੇਲੇ ਤੋਂ ਡਰਦੇ, ਔਰ ਉਸ ਦਾ ਗੱਲ ਕਰਨ ਤੋਂ ਨਾ ਲੈਣ ਤੋਂ ਵੀ ਪਾਸੇ ਜਾਂਦੇ ਨੇ। ਉਹਦੇ ਲਈ ਸਾਨੂੰ ਚਾਰਟਰ ਆਫ ਹਿਊਮਨ ਰਾਈਟਸ ਦੇਖਣਾ ਪਏਗਾ, ਜਿਹੜਾ ਅੱਜ ਦੇ ਦਿਨ ਜਾਰੀ ਹੋਇਆ ਸੀ। ਉਸ ਦੀ ਭੂਮਿਕਾ ਹੈ, ਉਹਨੂੰ ਪ੍ਰੀਐਂਬਲ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ, ਔਰ ਉਹਦੀ ਭੂਮਿਕਾ ਦੇ ਵਿੱਚ ਸ਼ਬਦ ਲਿਖੇ ਹੋਏ ਨੇ, ਔਰ ਉਹ ਸ਼ਬਦ ਨੇ, ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰਿਬੈਲੀਅਨ, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਉਸ ਦੇ ਮਨੁੱਖੀ ਹੱਕਾਂ ਦੀ ਹਰ ਹਾਲਤ ਦੇ ਵਿੱਚ ਰੱਖਿਆ ਹੋਣੀ ਚਾਹੀਦੀ ਹੈ। ਹੁਣ ਜੇ ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖਿਆ, ਉਹਦਾ ਉਹ ਸ਼ੇਅਰ ਜਿਹੜਾ ਕਦੇ ਸ਼ੇਖ ਸਾਦੀ ਨੇ ਕੋਟ ਕੀਤਾ, ਜਿਹੜਾ ਈਰਾਨ ਦਾ ਇੱਕ ਵੱਡਾ ਕਵੀ ਹੋਇਆ, ਉਹਨੂੰ ਤੁਸੀਂ ਦੇਖੋ ਤੇ ਇਹ ਯੂਐਨ ਚਾਰਟਰ ਦੀ ਭੂਮਿਕਾ ਉਸ ਗੁਰੂ ਕਲਗੀਧਰ ਪਾਤਸ਼ਾਹ ਦੀ ਲਿਖਤ ਦਾ ਤਰਜਮਾ ਹੈ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਲਿਖਿਆ ਸੀ, ਚੁੰਕਾਰਜ਼ ਹਮਾ ਹੀਲਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ, ਕਿ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜਵਾਈਏ। ਕਿ ਜਦੋਂ ਇਨਸਾਫ ਲੈਣ ਲਈ ਹੋਰ ਸਾਰੇ ਰਸਤੇ ਬੰਦ ਹੋ ਜਾਣ ਤੇ ਫਿਰ ਰੱਬ ਦੇ ਬੰਦੇ ਸ਼ਮਸ਼ੀਰ ਨੂੰ, ਤਲਵਾਰ ਨੂੰ, ਹਥਿਆਰਬੰਦ ਸੰਘਰਸ਼ ਨੂੰ ਜਿਹੜਾ ਉਹ ਆਪਣਾ ਆਧਾਰ ਬਣਾਉਂਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਅੱਜ ਦਾ ਇਹ ਦਿਨ, ਜਦੋਂ ਕਿ ਦੁਨੀਆ ਭਰ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਇਹਨੂੰ ਅੱਡ-ਅੱਡ ਤਰੀਕਿਆਂ ਨਾਲ ਮਨਾ ਰਹੇ ਨੇ, ਕਿਤੇ ਸੈਮੀਨਾਰ ਹੋ ਰਹੇ ਨੇ, ਕਿਤੇ ਡਿਸਕਸ਼ਨਸ ਹੋ ਰਹੀਆਂ, ਕਿਤੇ ਕੈਂਡਲ ਲਾਈਟ ਵਿਜਲ ਹੋ ਰਹੇ ਨੇ। ਸਿੱਖ ਕੌਮ ਇਸ ਵੇਲੇ ਭਾਰਤੀ ਨਕਸ਼ੇ ਦੇ ਵਿੱਚ ਕੈਦ ਪਿਛਲੇ ਲਗਭਗ 66-67 ਸਾਲ ਤੋਂ ਜਿਸ ਕਿਸਮ ਦੀ ਤਰਾਸਦੀ ਚੋਂ ਗੁਜ਼ਰ ਰਹੀ ਹੈ, ਔਰ ਖਾਸ ਤੌਰ ਤੇ ਪਿਛਲੇ 30 ਸਾਲਾਂ ਤੋਂ ਉਸ ਦੀ ਇੱਕ ਅਜੋਕੀ ਉਦਾਹਰਣ ਭਾਈ ਗੁਰਬਖਸ਼ ਸਿੰਘ ਨੇ, ਜਿਹੜੇ ਕਿ 14 ਨਵੰਬਰ ਤੋਂ ਉਹਨਾਂ ਸਿੱਖ ਕੈਦੀਆਂ ਦੀ ਰਿਹਾਈ ਲਈ, ਜਿਹੜੇ ਕਿ 20 ਸਾਲ ਤੋਂ ਜ਼ਿਆਦਾ ਸਮੇਂ ਤੋਂ ਜੇਲ੍ਹਾਂ 'ਚ ਬੰਦ ਨੇ, ਭੁੱਖ ਹੜਤਾਲ ਤੇ ਸਨ, ਉਹਨਾਂ ਨੂੰ ਚੁੱਕ ਕੇ ਲੈ ਗਈ ਪੁਲਿਸ ਗੁੰਡਾਗਰਦੀ ਦੇ ਤਰੀਕੇ ਨਾਲ। ਫਿਰ ਜਦੋਂ ਬਾਹਰ ਸਿੱਖਾਂ ਦੀ ਆਵਾਜ਼ ਬੁਲੰਦ ਹੋਈ, ਪੰਜਾਬ ਦੇ ਵਿੱਚ ਇਸ ਦੀ ਚਰਚਾ ਹੋਈ, ਤੇ ਉਹਨਾਂ ਨੇ ਮੈਜਿਸਟ੍ਰੇਟ ਦੇ ਸਾਹਮਣੇ ਜਾ ਕੇ ਪੁਲਿਸ ਨੇ ਕਿਹਾ ਜੀ ਨਹੀਂ, ਸਾਨੂੰ ਇਹ ਨਹੀਂ ਲੋੜੀਂਦੇ, 107-51 ਜਿਹੜੀ ਹੈ ਅਸੀਂ ਤੋੜਦੇ, ਔਰ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾ ਦਿੱਤਾ ਗਿਆ। ਔਰ ਜਿਹੜੀਆਂ ਛੇਕੜੀਆਂ ਖਬਰਾਂ ਨੇ ਕਿ ਉੱਥੋਂ ਪੀਜੀਆਈ ਤੋਂ ਨਿਕਲ ਕੇ ਭਾਈ ਗੁਰਬਖਸ਼ ਸਿੰਘ ਵਾਪਸ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਪਹੁੰਚ ਗਏ ਨੇ, ਔਰ ਉਹਨਾਂ ਨੇ ਆਪਣੀ ਜਿਹੜੀ ਹੈ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ। ਦੂਸਰੇ ਸਿੰਘ ਵੀਰ ਦਮਨਦੀਪ ਸਿੰਘ ਖਾਲਸਾ ਜਿਹੜੇ ਉਹਨਾਂ ਦੀ ਥਾਂ ਤੇ ਬੈਠੇ ਸੀ, ਉਹ ਅੱਜ ਭੁੱਖ ਹੜਤਾਲ ਤੋੜ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਇੱਕ ਇਹ ਮੋਰਲ ਵਿਕਟਰੀ ਹੋਈ ਹੈ, اخلاقی ਜਿੱਤ ਹੋਈ ਹੈ, ਔਰ ਇਹ ਸਿੱਖ ਕੌਮ ਦਾ ਪ੍ਰੈਸ਼ਰ ਹੈ ਦੁਨੀਆ ਭਰ ਦੇ ਵਿੱਚ ਕਿ ਬਾਦਲ ਕਿਆਂ ਨੇ ਇਹ ਮਹਿਸੂਸ ਕਰ ਲਿਆ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਰੱਖ ਕੇ ਜੇ ਉਹਨਾਂ ਦਾ ਕੋਈ ਨੁਕਸਾਨ ਹੋਏਗਾ ਤੇ ਇਹ ਕਲੰਕ ਉਹਨਾਂ ਦੇ ਮੱਥੇ ਤੇ ਲੱਗੇਗਾ। ਔਰ ਅੱਜ ਦੇ ਦਿਨ ਨੂੰ ਸਮਰਪਿਤ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਨੇ ਪ੍ਰੋਟੈਸਟ ਰੱਖੇ ਹੋਏ ਨੇ। ਅਸੀਂ ਵੀ ਇੱਥੇ ਯੂਨਾਈਟਿਡ ਨੇਸ਼ਨਸ ਦੇ ਉਸ ਪ੍ਰੋਟੈਸਟ ਦਾ ਜ਼ਿਕਰ ਕੱਲ ਵੀ ਕੀਤਾ ਸੀ, ਜਿਹੜਾ ਕਿ ਅੱਜ 4 ਤੋਂ 7 ਤੱਕ ਹੋਇਆ। ਕੈਂਡਲ ਲਾਈਟ ਵਿਜਲ ਦੇ ਬਾਵਜੂਦ ਕਿ ਬਾਹਰ ਸਨੋ ਪੈ ਰਹੀ ਹੈ, ਸਿੱਖ ਸੰਗਤਾਂ ਨੇ ਸਿੰਬੋਲਿਕ ਤੌਰ ਦੇ ਉੱਤੇ ਆਪਣੀ ਸ਼ਮੂਲੀਅਤ ਕੀਤੀ ਹੈ। ਇਹੋ ਜਿਹਾ ਹੀ ਪ੍ਰੋਟੈਸਟ ਜਿਹੜਾ ਇੱਕ ਸੈਨ ਫਰਾਂਸਿਸਕੋ ਦੇ ਵਿੱਚ ਹੋਇਆ, ਟੋਰਾਂਟੋ ਦੇ ਵਿੱਚ ਹੋਇਆ, ਔਰ ਆਸਟ੍ਰੇਲੀਆ ਦੇ ਵਿੱਚ ਕੱਲ ਹੋ ਕੇ ਹਟਿਆ। ਇੰਗਲੈਂਡ ਦੇ ਵਿੱਚ ਵੀ ਲਗਾਤਾਰਤਾ ਦੇ ਨਾਲ ਜਿਹੜਾ ਇਸ ਵਿਰੋਧ ਨੂੰ, ਜਿਹੜਾ ਕਿ ਉਹਨਾਂ ਦੀ ਗ੍ਰਿਫਤਾਰੀ ਔਰ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਈ ਥਾਂ ਤੇ ਅਖੰਡ ਕੀਰਤਨ ਚੱਲ ਰਹੇ ਨੇ। ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਵਿੱਚ ਵੀ ਅਖੰਡ ਕੀਰਤਨ ਦੀ ਸ਼ੁਰੂਆਤ ਕੱਲ ਦੀ ਹੋਈ ਹੈ। ਸੋ ਅਸੀਂ ਇਸ ਦਿਨ ਦੇ ਮੌਕੇ ਕੁੱਲ ਮਨੁੱਖੀ ਇਤਿਹਾਸ ਦੇ ਉਹਨਾਂ ਯੋਧਿਆਂ ਨੂੰ ਪ੍ਰਣਾਮ ਕਰਦੇ ਜਿਨ੍ਹਾਂ ਨੇ ਮਨੁੱਖੀ ਹੱਕਾਂ ਦੀ ਬਹਾਲੀ ਦੇ ਲਈ ਜ਼ਾਲਮ ਹਕੂਮਤਾਂ ਦੇ ਹੱਥਾਂ 'ਚ ਤਸੀਹੇ ਸਹਿ, ਕੈਦਾਂ ਕੱਟੀਆਂ। ਸਾਡੇ ਸਾਹਮਣੇ ਅਜੋਕੇ ਸਮੇਂ ਸਰਦਾਰ ਜਸਵੰਤ ਸਿੰਘ ਖਾਲੜਾ, ਉਹਨਾਂ ਦਾ ਨਾਂ ਇੱਕ ਮਨੁੱਖੀ ਹੱਕਾਂ ਦੇ ਉਸ ਮਜ਼ਬੂਤ ਕਾਰਕੁਨ ਦੇ ਤੌਰ ਦੇ ਉੱਤੇ ਆਉਂਦਾ।
ਜਿਨ੍ਹਾਂ ਨੇ ਸਰਕਾਰ ਵੱਲੋਂ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ ਆਪਣੇ ਘਰਾਂ ਦੇ ਮਾਵਾਂ ਦੇ ਲਾਡਲੇ ਪੁੱਤਰ ਭੈਣਾਂ ਦੇ ਹੋਣਹਾਰ ਵੀਰ ਜੀ ਔਰ ਉਹਨਾਂ ਬੱਚਿਆਂ ਦੇ ਜਿਹੜੇ ਅੱਜ ਯਤੀਮ ਹੋ ਗਏ, ਉਹਨਾਂ ਨੂੰ ਜਿਨ੍ਹਾਂ ਨੂੰ ਬੇਪਛਾਣ ਬਣਾ ਦਿੱਤਾ ਸੀ ਅਣਪਛਾਤੀਆਂ ਲਾਸ਼ਾਂ ਕਹਿ ਕੇ, ਜੀ ਜੀ ਜਿਨ੍ਹਾਂ ਨੇ ਉਹਨਾਂ ਨੂੰ ਪਛਾਣ ਦਿੱਤੀ ਔਰ ਉਸ ਪਛਾਣ ਦੇਣ ਦੇ ਯਤਨ ਦੇ ਵਿੱਚ ਆਪਣਾ ਆਪ ਵੀ ਕੁਰਬਾਨ ਕੀਤਾ ਹੈ। ਸੋ ਅੱਜ ਦੇ ਦਿਨ ਅਸੀਂ ਸਮੂਹ ਆਪਣੇ ਸਿੱਖ ਹਿਊਮਨ ਰਾਈਟਸ ਐਕਟਿਵਿਸਟ ਨੂੰ, ਆਪਣੇ ਆਜ਼ਾਦੀ ਦੇ ਪਰਵਾਨਿਆਂ ਨੂੰ, ਉਹ ਕੌਮ ਦੇ 1.5 ਲੱਖ ਤੋਂ ਜ਼ਿਆਦਾ ਸੂਰਬੀਰਾਂ ਨੂੰ ਜੀ ਜਿਨ੍ਹਾਂ ਨੇ ਅਕਾਲ ਤਖਤ ਤੇ ਹਮਲੇ ਦੀ ਗੱਲ ਸੁਣੀ ਔਰ ਆਪਣਾ ਘਰ-ਬਾਰ ਛੱਡ ਕੇ ਆਜ਼ਾਦੀ ਦੇ ਪਰਵਾਨੇ ਬਣ ਕੇ ਇਸ ਗੁਰੂ ਦੇ ਪਿਆਰ ਦੀ ਡਗਰ ਦੇ ਉੱਤੇ ਤੁਰ ਪਏ ਜੀ ਔਰ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ। ਕਈਆਂ ਦੇ ਨਾਂ ਸਾਹਮਣੇ ਨੇ, ਕਈਆਂ ਬਾਰੇ ਉਹ ਨੇ ਜਿਨ੍ਹਾਂ ਦਾ ਕੋਈ ਨਾਂ ਕੋਈ ਪਤਾ ਟਿਕਾਣਾ ਨਹੀਂ ਹੈ, ਜੀ ਜੀ ਕਿਉਂਕਿ ਉਹ ਕਿੱਥੇ ਸ਼ਹੀਦ ਹੋਏ, ਕੌਣ ਚੁੱਕ ਕੇ ਲੈ ਗਿਆ, ਉਹਨਾਂ ਦਾ ਅੰਤ ਕੀ ਹੋਇਆ, ਇਸ ਦੀ ਕਿਸੇ ਨੂੰ ਖਬਰ ਨਹੀਂ ਹੈ। ਸੋ ਅਸੀਂ ਉਹਨਾਂ तमाम ਜਿਹੜੇ ਇਨਸਾਨੀਅਤ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਨੇ, ਕੌਮੀ ਘਰ ਦੇ ਲਈ, ਖਾਲਿਸਤਾਨ ਦੀ ਆਜ਼ਾਦੀ ਦੇ ਲਈ, ਜੀ ਉਹਨਾਂ ਸਭ ਨੂੰ ਆਪਣਾ ਸਿਰ ਝੁਕਾਉਂਦੇ ਆ, ਉਹਨਾਂ ਦੇ ਸਾਹਮਣੇ ਸਜਦਾ ਕਰਦੇ ਆ। ਜੀ ਜੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਸਨੇਹ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਹੈ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੁ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ, ਕਿ ਉਸ ਨੂੰ ਹੀ ਗਿਆਨੀ ਕਹਾਣ ਦਾ ਹੱਕ ਹੈ ਜਾਂ ਉਹੀ ਬੰਦਾ ਗਿਆਨਵਾਨ ਕਿਹਾ ਜਾਣਾ ਚਾਹੀਦਾ ਜਿਹੜਾ ਨਾ ਕਿਸੇ ਨੂੰ ਡਰ ਦਿੰਦਾ, ਭੈ ਜੀ। ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਨਾ ਉਹ ਕਿਸੇ ਦਾ ਡਰ ਮੰਨਦਾ। ਔਰ ਇਹੀ ਸਪਿਰਿਟ ਹੈ ਚਾਰਟਰ ਆਫ ਹਿਊਮਨ ਰਾਈਟਸ ਦੀ ਕਿ ਮਨੁੱਖ ਬਿਨਾਂ ਕਿਸੇ ਡਰ ਭੈ ਤੋਂ ਆਪਣਾ ਧਰਮ, ਆਪਣਾ ਅਕੀਦਾ, ਆਪਣਾ ਵਿਸ਼ਵਾਸ ਉਸ ਨੂੰ ਪ੍ਰੈਕਟਿਸ ਕਰ ਸਕੇ। ਔਰ ਇਸ ਦੇ ਨਾਲ ਹੀ ਇਹ ਮੁੱਢਲਾ ਹੱਕ ਤਸਲੀਮ ਕੀਤਾ ਗਿਆ ਹੈ ਕਿ ਕੋਈ ਵੀ ਕੌਮ, ਕਬੀਲਾ, ਕੌਲੋਨੀ ਆਪਣੇ ਆਜ਼ਾਦ ਹੱਕ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦੇ ਹੱਕ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਆਜ਼ਾਦ ਦੇਸ਼ ਵਜੋਂ ਜਿਹੜਾ ਉਹ ਮਾਨਤਾ ਲੈ ਸਕਦਾ ਹੈ। ਜੀ। ਔਰ ਇਹ ਜਦੋਂ ਸ਼ੁਰੂ ਹੋਇਆ ਸੀ 50 ਦੇਸ਼ ਸਨ, ਅੱਜ ਦੁਨੀਆ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਹੀ ਮੈਂਬਰ ਦੇਸ਼ 193 ਦੇ ਕਰੀਬ ਨੇ ਜੀ ਔਰ ਇਹਨਾਂ ਚੋਂ ਬਹੁਤ ਸਾਰੇ ਦੇਸ਼ ਪਿਛਲੇ 2-3 ਦਹਾਕਿਆਂ ਦੇ ਵਿੱਚ, ਉਹ ਸਾਊਥ ਸੁਡਾਨ ਹੋਏ, ਉਹ ਕੋਸੋਵੋ ਹੋਏ, ਉਹ ਮੈਸੇਡੋਨੀਆ ਹੋਏ, ਉਹ ਮੌਂਟੇਨੀਗਰੋ ਹੋਏ, ਉਹ ਈਸਟ ਤੈਮੂਰ ਹੋਏ, ਜਾਂ 2014 ਦੇ ਵਿੱਚ ਇਹੀ ਆਤਮ ਨਿਰਣੇ ਦਾ ਹੱਕ ਸਕਾਟਲੈਂਡ ਦੇ ਲੋਕ ਵਰਤ ਰਹੇ ਨੇ। ਜੀ। ਸੋ ਅਸੀਂ ਸਮਝਦੇ ਹਾਂ ਕਿ ਇਸ ਸਪਿਰਿਟ ਨੂੰ ਹੀ ਅੱਗੇ ਤੋਰਦੇ ਹਾਂ। ਜੇ ਭਾਰਤ ਦੇ ਵਿੱਚ ਕੋਈ ਦੂਰ ਅੰਦੇਸ਼ ਜਿਹੜੀ ਲੀਡਰਸ਼ਿਪ ਕਦੇ ਦਿੱਲੀ ਦੇ ਉੱਤੇ ਕਾਬਜ਼ ਹੋਏਗੀ ਤੇ ਉਹ ਇਹ ਮੁੱਢਲੇ ਹੱਕ ਪੰਜਾਬ ਦੇ ਸਿੱਖਾਂ ਨੂੰ, ਕਸ਼ਮੀਰ ਦੇ ਕਸ਼ਮੀਰੀਆਂ ਨੂੰ, ਨਾਗਾਲੈਂਡ, ਮਿਜ਼ੋਰਮ, ਮਨੀਪੁਰ ਦੇ ਨਾਗਿਆਂ, ਮੀਜ਼ੋਆਂ, ਮਨੀਪੁਰੀਆਂ ਨੂੰ, ਜੀ ਅਸਾਮੀਆਂ ਨੂੰ ਜ਼ਰੂਰ ਦੇਗੀ। ਇਹ ਉਹਨਾਂ ਦਾ ਮੁੱਢਲਾ ਹੱਕ ਹੈ ਕਿ ਉਹਨਾਂ ਨੇ ਕਿਹਦੇ ਨਾਲ ਰਹਿਣਾ। ਸੋ ਅਸੀਂ ਅੱਜ ਦੇ ਇਸ ਦਿਨ ਦੇ ਉੱਤੇ ਇੱਕ ਵਾਰ ਫੇਰ ਆਪਣੇ ਸਮੂਹ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਇਹ ਯਾਦ ਕਰਵਾਉਂਦੇ ਹਾਂ ਕਿ ਇੱਕ ਮਨੁੱਖ ਦੇ ਨਾਤੇ, ਇੱਕ ਸਿੱਖ ਦੇ ਨਾਤੇ ਸਾਡੇ ਵੀ ਫਰਜ਼ ਨੇ। ਅਸੀਂ ਵੀ ਹਿਊਮਨ ਰਾਈਟਸ ਦੇ ਪਿੜ ਦੇ ਵਿੱਚ, ਇਨਸਾਨੀ ਹੱਕਾਂ ਦੇ ਪਿੜ ਦੇ ਵਿੱਚ ਆਪਣਾ ਕੋਈ ਨਾ ਕੋਈ ਯੋਗਦਾਨ ਪਾਈਏ। ਸਿਰਫ ਖਾਣਾ ਪੀਣਾ, ਸੌਂ ਜਾਣਾ, ਨਿਆਣੇ ਜੰਮਣੇ, ਉਹਨਾਂ ਨੂੰ ਪਾਲਣਾ, ਇਹ ਤਾਂ ਸਾਰੇ ਪਸ਼ੂ ਵੀ ਕਰਦੇ ਨੇ। ਜੇ ਮਨੁੱਖ ਦੇ ਵਿੱਚ ਕੋਈ ਫਰਕ ਹੈ ਐਨੀਮਲਸ ਨਾਲੋਂ ਕਿ ਸਾਨੂੰ ਰੱਬ ਨੇ ਠੀਕ ਤੇ ਗਲਤ ਦੀ ਪਛਾਣ ਦਿੱਤੀ ਹੈ, ਗਲਤ ਚੀਜ਼ਾਂ ਨੂੰ ਨਕਾਰੀਏ, ਜੀ ਠੀਕ ਦੇ ਨਾਲ ਖਲੋਈਏ ਔਰ ਦੁਨੀਆ ਨੂੰ ਬਿਹਤਰ ਬਣਾਉਣ ਦੇ ਲਈ ਆਪਣਾ ਫਰਜ਼ ਅਦਾ ਕਰੀਏ। ਜੀ। ਸੋ ਅੱਜ ਦੇ ਇਸ ਮਨੁੱਖੀ ਹੱਕ ਦਿਵਸ ਦੇ ਉੱਤੇ, ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਉੱਤੇ ਅਸੀਂ ਕੁੱਲ ਉਹਨਾਂ ਯੋਧਿਆਂ ਨੂੰ ਇੱਕ ਵਾਰ ਫੇਰ ਪ੍ਰਣਾਮ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।